ਕਾਰਨ ਕੀ ਰਿਹਾ ਹੈਗਾ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦਾ? देखो हर बंदे दे अपने सेंटीमेंट होंदे ने ये च कोई दो राय नहीं आ कि ਜਿਹੜੇ ਦਿਓਲ ਨੇ ਮਿਸਟਰ ਏਜੀ ਬਣਾਇਆ ਜਿਨ੍ਹਾਂ ਨੂੰ ਉਹਨਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਸੁਮੇਧ ਸਿੰਘ ਸੈਣੀ ਪ੍ਰਤੀ ਜਾਂ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸੀ ਉਹਨਾਂ ਨੂੰ ਬੇਲ ਦਿਵਾਉਣ ਦੇ ਵਿੱਚ ਜੋ ਉਹਨਾਂ ਨੇ ਰੋਲ ਅਦਾ ਕੀਤਾ ਸੀ ਉਹ ਕੋਈ ਮੈਂ ਸਮਝਦਾ ਹਾਂ ਕਿ ਸਿੱਖ ਕੌਮ ਵਾਸਤੇ ਔਰ ਖਾਸ ਕਰਕੇ ਪੰਜਾਬ ਵਾਸਤੇ ਕੋਈ ਬਹੁਤਾ ਰੋਲ ਵਧੀਆ ਨਹੀਂ ਸੀ। ਇਸੇ ਤਰ੍ਹਾਂ ਹੀ ਜੋ ਉਹਨਾਂ ਦੀ ਆਪਣੀ ਸੋਚ ਹੈ ਸਿੱਧੂ ਸਾਹਿਬ ਦੀ, ਉਹਨਾਂ ਦੀ ਸੋਚ ਇਹ ਸੀ ਕਿ ਜੇ ਚੰਨੀ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਬਣ ਗਏ ਨੇ ਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ ਕਿਉਂਕਿ ਪਹਿਲਾਂ ਤੋਂ ਆਪ ਬਣਨਾ ਚਾਹੁੰਦੇ ਸੀ। ਉਹਨਾਂ ਨੇ ਝੋਲੀ ਫੈਲਾ ਕੇ ਕੈਪਟਨ ਸਾਹਿਬ ਦੇ ਸਾਹਮਣੇ ਖਲੋ ਕੇ, ਉਹਨਾਂ ਦੀ ਸਰਕਾਰ ਸੀ, ਉਹ ਮੁੱਖ ਮੰਤਰੀ ਸੀ, ਉਹਨਾਂ ਦੇ 40 ਐਮਐਲਏ ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਸਾਹਿਬ ਬਾਕੀ ਕੰਮ ਆਪਾਂ ਬਾਅਦ 'ਚ ਕਰ ਲਾਂਗੇ, ਸਭ ਤੋਂ ਪਹਿਲਾਂ ਜਿਹੜੇ ਬੇਅਦਬੀ ਕਰਨ ਵਾਲੇ ਨੇ ਉਹ ਦੋਸ਼ੀਆਂ ਨੂੰ ਫੜ ਕੇ ਆਪਾਂ ਅੰਦਰ ਦਈਏ, ਸਜ਼ਾਵਾਂ ਦਈਏ। ਕੋਈ ਵੀ ਦੋਸ਼ੀ ਹੋਣ, ਸਿੱਧੂ ਸਾਹਿਬ ਚਾਹੁੰਦੇ ਸੀ ਕਿ ਪੰਜਾਬ ਦੀ ਜਿਹੜੀ ਨਵੀਂ ਕੈਬਨਿਟ ਬਣਨੀ ਆ ਉਹ ਸਾਰੇ ਹੀ ਫਰੈਸ਼ ਚਿਹਰੇ ਆਉਣ ਜਿਨ੍ਹਾਂ 'ਤੇ ਕੋਈ ਦਾਗ ਨਾ ਹੋਵੇ। ਅਸੀਂ ਲੋਕਾਂ ਨੂੰ ਕਹਿਣ ਵਾਲੇ ਬਣੀਏ ਕਿ ਸਾਡੇ ਦੇ ਵਿੱਚ ਤੇ ਪਹਿਲਿਆਂ ਦੇ ਵਿੱਚ ਫਰਕ ਆ ਵਾ। ਅਸੀਂ ਆਪਣੇ 3 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਜਿੰਨਾ ਕਰ ਸਕਦਾਂਗੇ ਕਰਾਂਗੇ, ਤੇ ਜਿੰਨੇ ਪੁਰਾਣੇ ਸੀ ਜਿਨ੍ਹਾਂ 'ਤੇ ਕਰਪਸ਼ਨ, ਭਾਵੇਂ ਰਾਣਾ ਗੁਰਜੀਤ ਸਿੰਘ ਸੀ, ਭਾਵੇਂ ਹੋਰ ਵੀ ਧਰਮਸੋਤ ਸੀ, ਹੋਰ ਵੀ ਕਈਆਂ 'ਤੇ ਜਿਨ੍ਹਾਂ 'ਤੇ ਇਲਜ਼ਾਮ ਲਾਏ, ਉਹਨਾਂ ਨੇ ਕਿਹਾ ਸੀ ਕਿ ਇਹਨਾਂ ਸਾਰਿਆਂ ਨੂੰ ਲਾਂਭੇ ਕਰਨਾ ਚਾਹੀਦਾ ਤੇ ਉਹਦੀ ਗੱਲ ਮੰਨੀ ਨਹੀਂ ਗਈ ਤੇ ਇਸ ਕਰਕੇ ਉਹਨੇ ਅਸਤੀਫਾ ਦਿੱਤਾ। ਤੇ ਬੁੱਟਰ ਸਿਵੀਆਂ ਦੇ ਵਿੱਚ ਆ ਤਾਂ ਉੱਥੇ ਵੀ ਹਾਲਾਤ ਇਹ ਹੈਗੇ ਨੇ ਕਿ ਉਸ ਜਗ੍ਹਾ ਦੇ ਉੱਪਰ ਵੀ 10 ਪਿੰਡਾਂ ਦੀ ਜਿਹੜਾ ਪਾਣੀ ਖਰਾਬ ਹੋ ਚੁੱਕਿਆ ਹੈ, ਉਹਨਾਂ ਦੀ ਫਸਲ ਨਹੀਂ ਹੁੰਦੀ। ਜੇ ਗੱਲ ਕਰਦੇ ਆ ਤਾਂ ਬੁੱਟਰ ਸਿਵੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਸਰੂਪ ਜਿਹੜੇ ਸੀਗੇ ਉਹ ਚੁੱਕ ਲਏ ਗਏ ਨੇ, ਜਿਹਦੇ ਬਾਰੇ ਹਜੇ ਤੱਕ ਐਸਜੀਪੀਸੀ ਵੀ ਪਤਾ ਨਹੀਂ ਕਰ ਸਕੀ ਕਿ ਉਹ ਸਰੂਪ ਕਿੱਥੇ ਨੇ। ਜਦੋਂ ਤੱਕ ਬੁੱਟਰ ਸਿਵੀਆਂ ਦੀ ਗੱਲ ਕੀਤੀ ਤੁਸੀਂ, ਪਾਣੀ ਜਿਹੜਾ ਵਾ, ਪਾਣੀ ਤੇ ਲੋਕੇ ਵੀ ਇਹਨਾਂ ਦੀ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਆ, ਉੱਥੇ ਵੀ ਪਾਣੀ ਜਿਹੜਾ ਵਾ ਉਹ ਲੋਕਾਂ ਨੂੰ ਜਿਹੜਾ ਵਾ, ਮੈਂ ਸਮਝਦਾ ਕਿ ਲੋਕਾਂ ਨੂੰ ਕੈਂਸਰ ਦੇ ਮਰੀਜ਼ ਬਣ ਰਹੇ ਨੇ। ਇਹਨਾਂ ਨੂੰ ਕਿਸੇ ਦੇ ਮਹਿਕਮੇ ਦਾ ਕੋਈ ਡਰ ਨਹੀਂ, ਇਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਮੁਨਾਫੇ ਦੇ ਨਾਲ ਆ। ਇਹਨਾਂ ਨੂੰ ਪੰਜਾਬ ਦੀ ਜਨਤਾ ਦੇ ਨਾਲ, ਉੱਥੋਂ ਦੇ ਲਾਗੇ ਰਹਿਣ ਵਾਲੇ ਵਸਨੀਕਾਂ ਦੇ ਨਾਲ, ਪਿੰਡ ਵਾਸੀਆਂ ਨਾਲ ਕੋਈ ਪਿਆਰ ਨਹੀਂ। ਇਹਨਾਂ ਨੂੰ ਸਿਰਫ ਤੇ ਸਿਰਫ ਪੈਸਾ ਕਿਸ ਤਰ੍ਹਾਂ ਕਮਾਉਣਾ ਵਾ, ਇਸ ਸਿਆਸਤ 'ਚ ਕੁਝ ਲੋਕ ਇਸ ਤਰ੍ਹਾਂ ਵਾਸਤੇ ਆਉਂਦੇ। ਰਵਿੰਦਰ ਸਿੰਘ ਬ੍ਰਹਮਪੁਰਾ ਸਾਡੇ ਨਾਲ ਮੌਜੂਦ ਨੇ ਤੇ ਗੱਲਬਾਤ ਕਰਦੇ ਆ ਪੰਜਾਬ ਦੀ ਸਿਆਸਤ ਦੀ। ਅੱਜ ਜੇ ਅਸੀਂ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਬਾਰੇ ਜਿਹੜੀਆਂ ਕਨਸੂਹਾਂ ਆ ਰਹੀਆਂ ਸਨ, ਬੀਜੇਪੀ ਵਿੱਚ ਚਲੇ ਗਏ ਨੇ, ਕੀ ਸੱਚ ਹੈ? ਪਹਿਲਾਂ ਅਸਤੀਫਾ ਉਹਨਾਂ ਨੇ ਦਿੱਤਾ, ਉਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ ਔਰ ਅੱਜ ਨਵਜੋਤ ਸਿੰਘ ਸਿੱਧੂ ਦੀ ਤੇ ਪੰਜਾਬ ਦੇ ਸੀਐਮ ਦੀ ਮੀਟਿੰਗ ਹੋਈ ਹੈ। ਮੀਟਿੰਗ ਦੇ ਵਿੱਚ ਕੀ ਕੁਝ ਵਾਪਰਿਆ, ਕੀ ਕੁਝ ਹੋਇਆ, ਕੀ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਦੂਰ ਹੋ ਚੁੱਕੀ ਹੈ ਜਾਂ ਨਹੀਂ ਦੂਰ ਹੋ ਚੁੱਕੀ? ਸੋ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਮੇਨ ਕਾਰਨ ਸੀਗਾ ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਲਾਈਵ ਹੋ ਕੇ ਦੱਸਦੇ ਨੇ ਕਿ ਉਹ ਏਜੀ ਜਿਨ੍ਹਾਂ ਨੂੰ ਬਣਾਇਆ ਗਿਆ ਆ ਦਿਓਲ, ਉਹਨਾਂ ਤੋਂ ਕਾਫੀ ਨਾਰਾਜ਼ ਨੇ ਕਿ ਉਹ ਨਹੀਂ ਚਾਹੁੰਦੇ ਸਨ। ਦੂਜੀ ਗੱਲ ਜੇ ਅਸੀਂ ਗੱਲ ਕਰਦੇ ਹਾਂ ਤਾਂ ਅੱਜ ਉਹਨਾਂ ਦਾ ਟਵੀਟ ਸੀਗਾ ਡੀਜੀਪੀ ਦੇ ਉੱਪਰ। ਸੋ ਗੱਲਬਾਤ ਕਰਦੇ ਹਾਂ ਕਿ ਕੀ ਕਾਰਨ ਰਿਹਾ ਕਿ ਨਵਜੋਤ ਸਿੰਘ ਸਿੱਧੂ ਜਿਹੜੇ ਸਿਆਸਤ ਤੋਂ ਪਾਸਾ ਵੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਉਹਨਾਂ ਦਾ ਅਸਤੀਫਾ ਜਿਹੜਾ ਆ ਮਨਜ਼ੂਰ ਨਹੀਂ ਹੋਇਆ, ਇਸ ਤੋਂ ਪਹਿਲਾਂ ਵੀ ਉਹ ਕਾਫੀ ਵਾਰ ਜਿਹੜਾ ਆ, ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਨਾਰਾਜ਼ ਹੋ ਕੇ ਪਹਿਲੇ 4 ਸਾਲ ਵੀ ਉਹ ਬੈਠੇ ਰਹੇ ਨੇ। ਪੰਜਾਬ ਵਿੱਚ ਕੀ ਕੀ ਕੰਮ ਕੀਤੇ ਨੇ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ। ਸਿਆਸਤ ਨੇ ਜਿਹੜਾ ਰਵਿੰਦਰ ਸਿੰਘ ਜੀ ਜਿਹੜਾ ਪਲਟਾ ਮਾਰਿਆ ਹੈ, ਇੱਕਦਮ ਪੰਜਾਬ ਦੇ ਵਿੱਚ ਭੁਚਾਲ ਆ ਗਿਆ। ਸਾਰੇ ਦੇ ਸਾਰੇ ਜੇ ਅਸੀਂ ਗੱਲ ਕਰੀਏ ਤਾਂ ਮੰਤਰੀ ਮੰਡਲ ਜਿਹੜਾ ਉਹ ਬਦਲ ਚੁੱਕਿਆ, ਕੈਬਨਿਟ ਬਦਲ ਚੁੱਕੀ ਹੈ ਪੰਜਾਬ ਦੀ। ਕੁਝ ਲੋਕਾਂ ਤੋਂ ਜਿਹੜੇ ਕੈਬਨਿਟ ਦੇ ਵਿੱਚ ਆਏ ਨੇ ਉਹਨਾਂ ਤੋਂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਕਾਂਗਰਸ ਦੇ ਪ੍ਰਧਾਨ ਨੇ, ਪ੍ਰਦੇਸ਼ ਕਾਂਗਰਸ ਦੇ, ਉਹ ਖਫਾ ਚੱਲ ਰਹੇ ਨੇ। ਕੀ ਲੱਗਦਾ ਹੈ ਕਿ ਕਾਰਨ ਕੀ ਰਿਹਾ ਹੈਗਾ ਨਵਜੋਤ ਸਿੰਘ ਸਿੱਧੂ ਦੇ ਅਸਤੀਫੇ ਦਾ? ਸਭ ਤੋਂ ਪਹਿਲਾਂ ਤਾਂ ਮੈਂ KTV ਦਾ ਔਰ ਖਾਸ ਕਰਕੇ ਤੁਹਾਡਾ ਮੈਡਮ ਪਲਵਿੰਦਰ ਕੌਰ ਜੀ, ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਅੱਜ ਮੈਨੂੰ ਆਪਣੇ ਸਰੋਤਿਆਂ ਦੇ ਜਿਹੜਾ ਵਾ ਉਹ ਰੂਬਰੂ ਕਰਾ ਰਹੇ ਆ। ਜਦੋਂ ਤੱਕ ਇਸ ਵੇਲੇ ਕਾਂਗਰਸ ਪਾਰਟੀ ਦੀ ਸਿਆਸਤ ਚੱਲ ਰਹੀ ਆ ਉਹ ਆਪਣਾ ਸਾਰਿਆਂ ਦੇ ਸਾਹਮਣੇ ਆ ਕਿ 4.5 ਸਾਲ ਤਕਰੀਬਨ ਕੈਪਟਨ ਸਾਹਿਬ ਨੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਰਹੇ ਔਰ ਜਿਹੜੇ ਉਹਨਾਂ ਲੋਕਾਂ ਦੇ ਨਾਲ ਵਾਅਦੇ ਕੀਤੇ ਸੀ, ਜੋ ਉਹਨਾਂ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ, ਗੁਰੂ ਗ੍ਰੰਥ ਸਾਹਿਬ ਦੀ ਗੁਟਕਾ ਸਾਹਿਬ ਜਿਹੜੀ ਆ ਬਾਣੀ ਹੱਥ 'ਚ ਫੜ ਕੇ ਜਿਹੜਾ ਵਾ ਉਹਨਾਂ ਲੋਕਾਂ ਨਾਲ ਵਾਅਦੇ ਕੀਤੇ ਸੀ, ਬੜਾ ਕੁਝ ਉਹਨਾਂ ਨੇ ਕਿਹਾ ਸੀ। ਉਹ ਮੈਂ ਹੁਣ ਬਾਰ-ਬਾਰ ਉਹ ਗੱਲਾਂ ਨਹੀਂ ਦੁਹਰਾਉਣਾ ਚਾਹੁੰਦਾ, ਸਾਰੀ ਦੁਨੀਆ ਨੂੰ ਪਤਾ ਉਹਨਾਂ ਨੇ ਉਹ, ਮੈਂ ਸਮਝਦਾ ਵਾਂ ਕਿ ਇੱਕ ਵੀ ਵਾਅਦਾ ਲੋਕਾਂ ਦੇ ਨਾਲ ਪੂਰਾ ਨਹੀਂ ਕੀਤਾ। 4.5 ਸਾਲ ਤੋਂ ਬਾਅਦ
ਕਾਂਗਰਸ ਪਾਰਟੀ ਨੇ ਸੋਚਿਆ ਕਿ ਚਲੋ ਇਸ ਤਰ੍ਹਾਂ ਕਰਦੇ ਆ ਕਿ ਇਹਨੂੰ ਲਾਂਭੇ ਕਰਦੇ ਆ ਤੇ ਨਵਾਂ ਚਿਹਰਾ ਲਿਆ ਕੇ ਤੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਜੋ ਲੋਕਾਂ ਨੂੰ ਇੱਕ ਨਵਾਂ ਚਿਹਰਾ ਦੱਸੀਏ ਵੀ ਉਹ ਤਾਂ ਬੀਜੇਪੀ ਦਾ ਏਜੰਡਾ ਹੋ ਗਿਆ ਨਾ, ਬੀਜੇਪੀ ਵੀ ਕਰ ਰਹੀ ਹੈ ਬਾਹਰਲੇ ਹੋਰਾਂ ਸਟੇਟਾਂ ਦੇ ਵਿੱਚ। ਦੇਖੋ ਇਹ ਮੈਂ ਸਮਝਦਾ ਵਾਂ ਕਿ ਜਦੋਂ ਕੋਈ ਚੰਗਾ ਕੰਮ ਨਹੀਂ ਕਰਦੇ ਬਣ ਕੇ ਤੇ ਫਿਰ ਉਹਨਾਂ ਨੂੰ ਇਹੋ ਹੀ ਉਹਨਾਂ ਕੋਲ ਰਾਹ ਰਹਿ ਜਾਂਦਾ ਵਾ ਕਿ ਇਸ ਚਿਹਰੇ ਨੂੰ, ਜਿਸ ਚਿਹਰੇ ਨੇ ਲੋਕਾਂ ਦੇ ਨਾਲ ਵੋਟਾਂ ਲੈਣ ਵਾਸਤੇ ਝੂਠ ਮਾਰਿਆ ਵਾ ਤੇ ਉਹਨੂੰ ਲਾਂਭੇ ਕਰਕੇ ਤੇ ਨਵਾਂ ਜਿਹੜਾ ਚਿਹਰਾ ਵਾ ਆਊਗਾ ਤੇ ਉਹ ਕਹੂਗਾ ਜੀ ਮੈਂ ਤੇ ਤੁਹਾਡੇ ਨਾਲ ਕੋਈ ਵਾਅਦਾ ਨਹੀਂ ਕੀਤਾ, ਪਰ ਮੈਂ ਕੋਸ਼ਿਸ਼ ਕਰਦਾ ਵਾਂ ਕਿ ਜਿਹੜੀਆਂ ਵੀ ਗੱਲਾਂ ਪਿਛਲੇ ਸਮੇਂ 'ਚ ਸਾਡੀ ਪਾਰਟੀ ਦੇ ਮੁਖੀ ਨੇ ਜਾਂ ਪਾਰਟੀ ਦੇ ਮੁੱਖ ਮੰਤਰੀ ਨੇ ਕਹੀਆਂ ਸੀ ਮੈਂ ਉਹ ਪੂਰੀਆਂ ਕਰਨ ਦੀ ਕੋਸ਼ਿਸ਼ ਕਰਦਾ ਵਾਂ। ਇਹ ਉਹਨਾਂ ਨੇ ਇੱਕ ਲੋਕਾਂ ਨੂੰ ਭਰਮਾਉਣ ਵਾਸਤੇ ਸਾਰਾ ਕੁਝ ਕੀਤਾ ਵਾ, ਜਿਹੜਾ ਕਿ ਐਂ ਲੱਗਦਾ ਸੀ ਕਿ ਸ਼ਾਇਦ ਕਾਂਗਰਸ ਪਾਰਟੀ ਦੀ ਜਿਹੜੀ ਪਟੜੀ ਤੇ ਰੇਲ ਜਿਹੜੀ ਉਹ ਚੜ੍ਹ ਗਈ ਆ, ਪਰ ਸਹੁੰ ਚੁੱਕ ਸਮਾਗਮ ਹੋਇਆ, ਬੜੀਆਂ ਖੁਸ਼ੀਆਂ, ਬੜੇ ਢੋਲ ਵੱਜੇ। ਉਸ ਤੋਂ ਬਾਅਦ ਪੋਰਟਫੋਲੀਓ ਵੰਡੇ ਗਏ। ਹਜੇ ਪੋਰਟਫੋਲੀਓ ਵੰਡੇ ਹੀ ਸੀ ਕਿ 2 ਘੰਟੇ ਬਾਅਦ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਨੇ ਉਹਨਾਂ ਨੇ ਆਪਣਾ ਜਿਹੜਾ ਵਾ ਉਹ ਅਸਤੀਫਾ ਦੇ ਦਿੱਤਾ, ਜਿਹਦੇ ਨਾਲ ਕਾਂਗਰਸ ਪਾਰਟੀ ਦੇ ਵਿੱਚ ਔਰ ਮੈਂ ਸਮਝਦਾ ਕਿ ਇਹਨਾਂ ਦੀ ਸੈਂਟਰ ਦੇ ਵਿੱਚ ਸੋਨੀਆ ਤੇ ਉਹਨਾਂ ਦੇ ਜਿੰਨਾ ਵੀ ਸਾਰਾ ਪਰਿਵਾਰ ਆ ਤੇ ਜਿੰਨੀ ਕਾਂਗਰਸ ਆ ਉਹ ਇੱਕਦਮ ਹਲਚਲ ਜਿਹੜੀ ਆ ਉਹ ਮੱਚ ਚੁੱਕੀ ਆ। ਜਿੱਥੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ, ਦੇਖੋ ਹਰ ਬੰਦੇ ਦੇ ਆਪਣੇ ਸੈਂਟੀਮੈਂਟ ਹੁੰਦੇ ਨੇ, ਇਹ 'ਚ ਕੋਈ ਦੋ ਰਾਏ ਨਹੀਂ ਆ ਕਿ ਜਿਹੜੇ ਦਿਓਲ ਨੇ ਮਿਸਟਰ ਏਜੀ ਬਣਾਇਆ ਜਿਨ੍ਹਾਂ ਨੂੰ, ਉਹਨਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਉਹਨਾਂ ਦਾ ਸੁਮੇਧ ਸਿੰਘ ਸੈਣੀ ਪ੍ਰਤੀ ਜਾਂ ਜਿਨ੍ਹਾਂ ਨੇ ਬੇਅਦਬੀਆਂ ਕੀਤੀਆਂ ਸੀ ਉਹਨਾਂ ਨੂੰ ਬੇਲ ਦਿਵਾਉਣ ਦੇ ਵਿੱਚ ਜੋ ਉਹਨਾਂ ਨੇ ਰੋਲ ਅਦਾ ਕੀਤਾ ਸੀ, ਉਹ ਕੋਈ ਮੈਂ ਸਮਝਦਾ ਵਾਂ ਕਿ ਸਿੱਖ ਕੌਮ ਵਾਸਤੇ ਔਰ ਖਾਸ ਕਰਕੇ ਪੰਜਾਬ ਵਾਸਤੇ ਕੋਈ ਬਹੁਤਾ ਰੋਲ ਵਧੀਆ ਨਹੀਂ ਸੀ। ਇਸੇ ਤਰ੍ਹਾਂ ਹੀ ਜੋ ਉਹਨਾਂ ਦੀ ਆਪਣੀ ਸੋਚ ਹੈ ਸਿੱਧੂ ਸਾਹਿਬ ਦੀ, ਉਹਨਾਂ ਦੀ ਸੋਚ ਇਹ ਸੀ ਕਿ ਜੇ ਚੰਨੀ ਅਨੁਸੂਚਿਤ ਜਾਤੀਆਂ ਦੇ ਵਿੱਚੋਂ ਬਣ ਗਏ ਨੇ ਤੇ ਉਹਨਾਂ ਨੇ ਐਪਰੀਸ਼ੀਏਟ ਵੀ ਕੀਤਾ, ਕਿਉਂਕਿ ਪਹਿਲਾਂ ਤੋਂ ਆਪ ਬਣਨਾ ਚਾਹੁੰਦੇ ਸੀ, ਫਿਰ ਕਿਉਂਕਿ ਹਾਈ ਕਮਾਂਡ ਨਹੀਂ ਮੰਨੀ, ਫਿਰ ਵਿੱਚ ਨਾ ਸਾਡੇ ਰੰਧਾਵਾ ਸਾਹਿਬ ਦਾ, ਮਾਝੇ ਵਾਲਿਆਂ ਦਾ, ਸੁਖਜਿੰਦਰ ਸਿੰਘ ਰੰਧਾਵਾ ਦਾ ਆਇਆ, ਉਹ 'ਚ ਵੀ ਲੋਕਾਂ ਨੇ ਬੜੀ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਮਾਝੇ ਦੇ ਵਿੱਚ ਮੁੱਖ ਮੰਤਰੀਸ਼ਿਪ ਆ ਰਹੀ ਆ। ਲੋਕਾਂ ਦੇ ਮਨ ਦੇ ਵਿੱਚ, ਮਾਝੇ ਵਾਲਿਆਂ ਦੇ ਮਨ ਦੇ ਵਿੱਚ ਬੜੀਆਂ ਖੁਸ਼ੀਆਂ ਸੀ। ਥੋੜ੍ਹੇ ਚਿਰ ਬਾਅਦ ਜਿਹੜਾ ਵਾ ਉਹ ਨਾਂ ਜਿਹੜਾ ਬਦਲਦਾ ਐਂਡ 'ਤੇ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਜੀ ਬਣ ਗਏ। ਫਿਰ ਵੀ ਮੈਂ ਸਮਝਦਾ ਵਾਂ ਕਿ ਸਿੱਧੂ ਸਾਹਿਬ ਨੇ ਉਹਨਾਂ ਨੂੰ ਅਸੈਪਟ ਵੀ ਕੀਤਾ, ਪਰ ਜਿਹੜੀ ਉਹਨਾਂ ਦੀ ਸੋਚ ਸੀ ਧਰਮ ਪ੍ਰਤੀ, ਜੋ ਉਹਨਾਂ ਨੇ ਸ਼ੁਰੂ ਤੋਂ ਵਿਧਾਨ ਸਭਾ ਦੇ ਵਿੱਚ ਵੀ ਮੈਨੂੰ ਚੰਗੀ ਤਰ੍ਹਾਂ ਚੇਤਾ, ਮੈਂ ਟੀਵੀ ਤੇ ਦੇਖਿਆ ਸੀ, ਲਾਈਵ ਵੀ ਦੇਖਿਆ ਸੀ, ਉਹਨਾਂ ਨੇ ਝੋਲੀ ਫੈਲਾ ਕੇ ਕੈਪਟਨ ਸਾਹਿਬ ਦੇ ਸਾਹਮਣੇ ਖਲੋ ਕੇ, ਉਹਨਾਂ ਦੀ ਸਰਕਾਰ ਸੀ, ਉਹ ਮੁੱਖ ਮੰਤਰੀ ਸੀ, ਉਹਨਾਂ ਦੇ 40 MLA ਨੇ ਇੱਕ ਗੱਲ ਕਹੀ ਸੀ ਕਿ ਕੈਪਟਨ ਸਾਹਿਬ ਬਾਕੀ ਕੰਮ ਆਪਾਂ ਬਾਅਦ 'ਚ ਕਰ ਲਾਂਗੇ, ਸਭ ਤੋਂ ਪਹਿਲਾਂ ਜਿਹੜੇ ਬੇਅਦਬੀ ਕਰਨ ਵਾਲੇ ਨੇ ਉਹ ਦੋਸ਼ੀਆਂ ਨੂੰ ਫੜ ਕੇ ਆਪਾਂ ਅੰਦਰ ਦਈਏ, ਸਜ਼ਾਵਾਂ ਦਈਏ। ਕੋਈ ਵੀ ਦੋਸ਼ੀ, ਹੁਣ ਮੈਂ ਕਿਸੇ ਦਾ ਨਾਂ ਲੈਣ ਦਾ ਨਹੀਂ ਸਮਝਦਾ, ਮੈਂ ਸਮਝਦੀ ਦੁਨੀਆ ਨੂੰ ਪਤਾ ਵਾ। ਅਤੇ ਦੂਜਾ ਜਿਹੜਾ ਇਹ ਚਿੱਟੇ ਦੇ ਸੁਦਾਗਰ ਨੇ ਜਿਨ੍ਹਾਂ ਦੇ ਨਾਂ ਹੁਣ ਤੱਕ ਜਿਹੜੇ ਨੇ ਉਸ ਵੱਡੇ ਰੈਕਟ ਦੇ ਵਿੱਚ ਆਉਂਦੇ ਰਹੇ ਨੇ। ਠੀਕ ਹੈ, ਚਿੱਟੇ ਦੇ ਸੁਦਾਗਰਾਂ ਦੀ ਗੱਲ ਤਾਂ ਹੋ ਗਈ, ਮਾਈਨਿੰਗ ਦੀ ਗੱਲ ਵੀ ਸੀਗੀ। ਰਾਣਾ ਗੁਰਜੀਤ ਨੂੰ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ। ਰਾਣਾ ਗੁਰਜੀਤ ਦੇ ਉੱਪਰ ਵੀ ਬਹੁਤ ਵੱਡੇ ਇਲਜ਼ਾਮ ਲੱਗਦੇ ਨੇ। ਜੇ ਅਸੀਂ ਇਹਨਾਂ ਦੀ ਮਿਲ ਦੀ ਗੱਲ ਕਰਦੇ ਹਾਂ ਜਿਹੜੀ ਇੱਥੇ ਬੁੱਟਰ ਸਿਵੀਆਂ ਦੇ ਵਿੱਚ ਆ, ਤਾਂ ਉੱਥੇ ਵੀ ਹਾਲਾਤ ਇਹ ਹੈਗੇ ਨੇ ਕਿ ਉਸ ਜਗ੍ਹਾ ਦੇ ਉੱਪਰ ਵੀ 10 ਪਿੰਡਾਂ ਦੀ ਜਿਹੜਾ ਪਾਣੀ ਖਰਾਬ ਹੋ ਚੁੱਕਿਆ ਹੈ, ਉਹਨਾਂ ਦੀ ਫਸਲ ਨਹੀਂ ਹੁੰਦੀ। ਜੇ ਗੱਲ ਕਰਦੇ ਹਾਂ ਤਾਂ ਬੁੱਟਰ ਸਿਵੀਆਂ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਸਰੂਪ ਜਿਹੜੇ ਸੀਗੇ ਉਹ ਚੁੱਕ ਲਏ ਗਏ ਨੇ, ਜਿਹਦੇ ਬਾਰੇ ਹਜੇ ਤੱਕ SGPC ਵੀ ਪਤਾ ਨਹੀਂ ਕਰ ਸਕੀ ਕਿ ਉਹ ਸਰੂਪ ਕਿੱਥੇ ਨੇ। ਕਾਰਨ ਇਹ ਵੀ ਆ ਕਿ ਬੇਅਦਬੀਆਂ ਦੇ ਮੁੱਦੇ ਦੇ ਉੱਪਰ ਜੇ ਕਾਂਗਰਸ ਸਰਕਾਰ ਜਿਹੜੀ ਕਹਿੰਦੀ ਸੀ ਕਿ ਅਸੀਂ ਨਿਆਂ ਦੇਣਾ, ਤਾਂ ਕੀ ਗੁਰਦੁਆਰਾ ਸਾਹਿਬ ਦੇ ਅੱਗੇ ਗੰਦਗੀ ਦੇ ਢੇਰ ਲਾਉਣੇ ਇਹ ਬੇਅਦਬੀ ਨਹੀਂ? ਦੇਖੋ ਗੱਲ ਫਿਰ ਘੁੰਮ ਕੇ ਉੱਥੇ ਆਉਂਦੀ ਹੈ ਕਿ ਸਿੱਧੂ ਸਾਹਿਬ ਚਾਹੁੰਦੇ ਸੀ ਕਿ ਪੰਜਾਬ ਦੀ ਜਿਹੜੀ ਨਵੀਂ ਕੈਬਨਿਟ ਬਣਨੀ ਆ ਉਹ ਸਾਰੇ ਹੀ ਫਰੈਸ਼ ਚਿਹਰੇ ਆਉਣ, ਜਿਨ੍ਹਾਂ 'ਤੇ ਕੋਈ ਦਾਗ ਨਾ ਹੋਵੇ। ਅਸੀਂ ਲੋਕਾਂ ਨੂੰ ਕਹਿਣ ਵਾਲੇ ਬਣੀਏ ਕਿ ਸਾਡੇ ਦੇ ਵਿੱਚ ਤੇ ਪਹਿਲਿਆਂ ਦੇ ਵਿੱਚ ਫਰਕ ਆ ਵਾ। ਅਸੀਂ ਆਪਣੇ 3 ਮਹੀਨਿਆਂ ਦੇ ਕਾਰਜਕਾਲ ਦੇ ਵਿੱਚ ਜਿੰਨਾ ਕਰ ਸਕਦਾਂਗੇ ਕਰਾਂਗੇ, ਤਾਂ ਜੋ ਜਿਹੜੀ ਨਵੀਂ 2022 'ਚ ਇਲੈਕਸ਼ਨ ਆਉਣੀ ਆ ਉਹਦੇ ਵਿੱਚ ਕਾਂਗਰਸ ਪਾਰਟੀ ਤੇ ਪੰਜਾਬ ਵਾਲੇ ਜਿਹੜੇ ਨੇ ਉਹ ਚਾਹੁੰਦੇ ਸੀ ਵੀ ਅਸੀਂ ਜਿੱਤ ਪ੍ਰਾਪਤ ਕਰੀਏ ਨਵੇਂ ਚਿਹਰਿਆਂ ਨੂੰ ਲਿਆ ਕੇ। ਤੇ ਜਿੰਨੇ ਪੁਰਾਣੇ ਸੀ ਜਿਨ੍ਹਾਂ ਤੇ ਕਰਪਸ਼ਨ, ਭਾਵੇਂ ਰਾਣਾ ਗੁਰਜੀਤ ਸਿੰਘ ਸੀ, ਭਾਵੇਂ ਹੋਰ ਵੀ ਧਰਮਸੋਤ ਸੀ, ਹੋਰ ਵੀ ਕਈਆਂ ਤੇ ਜਿਨ੍ਹਾਂ ਤੇ ਇਲਜ਼ਾਮ ਲਾਏ, ਉਹਨਾਂ ਨੇ ਕਿਹਾ ਸੀ ਕਿ ਇਹਨਾਂ ਸਾਰਿਆਂ ਨੂੰ ਲਾਂਭੇ ਕਰਨਾ ਚਾਹੀਦਾ, ਤੇ ਉਹਦੀ ਗੱਲ ਮੰਨੀ ਨਹੀਂ ਗਈ ਤੇ ਇਸ ਕਰਕੇ ਉਹਨੇ ਅਸਤੀਫਾ ਦਿੱਤਾ। ਜਿੱਥੋਂ ਤੱਕ ਬੁੱਟਰ ਸਿਵੀਆਂ ਦੀ ਗੱਲ ਕੀਤੀ ਤੁਸੀਂ, ਪਾਣੀ ਜਿਹੜਾ ਵਾ
ਪਾਣੀ ਤੇ ਲੋਕੇ ਵੀ ਇਹਨਾਂ ਦੀ ਰਾਣਾ ਗੁਰਜੀਤ ਸਿੰਘ ਦੀ ਫੈਕਟਰੀ ਆ, ਉੱਥੇ ਵੀ ਪਾਣੀ ਜਿਹੜਾ ਵਾ ਉਹ ਲੋਕਾਂ ਨੂੰ ਜਿਹੜਾ ਵਾ ਮੈਂ ਸਮਝਦਾ ਕਿ ਲੋਕਾਂ ਨੂੰ ਕੈਂਸਰ ਦੇ ਮਰੀਜ਼ ਬਣ ਰਹੇ ਨੇ। ਉੱਥੇ ਅਸੀਂ ਪਿੰਡਾਂ ਦੇ ਹਾਲਾਤ ਦੇਖੇ ਨੇ ਕਿ ਲੋਕਾਂ ਦੀ ਅੱਖਾਂ ਦੀ ਲਾਈਟ ਚਲੇ ਗਈ ਆ, ਉਹਨਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਡਾਕਟਰ ਨਹੀਂ ਲੱਭ ਪਾ ਰਹੇ ਕਿ ਬਿਮਾਰੀਆਂ ਕੀ ਹੋ ਗਈਆਂ। ਦੇਖੋ ਜਦੋਂ ਕਹਿੰਦੇ ਨੇ ਵੀ ਇਹਨਾਂ ਦਾ ਰਾਜ ਭਾਗ ਆਪਣਾ ਹੋਵੇ, ਅਫਸਰ ਇਹਨਾਂ ਦੇ ਆਪਣੇ ਹੋਣ, ਪੋਲੂਸ਼ਨ ਕੰਟਰੋਲ ਬੋਰਡ ਜਿਹੜਾ ਵਾ ਉਹ ਸਰਕਾਰ ਪੰਜਾਬ ਦੇ ਥੱਲੇ ਹੋਵੇ, ਤੇ ਫਿਰ ਜਿਹੜੇ ਬੜਾ ਅੱਛੀ ਗੱਲ ਕੀਤੀ ਕਿ ਪੋਲੂਸ਼ਨ ਕੰਟਰੋਲ ਬੋਰਡ ਉਹਨਾਂ ਦੇ ਥੱਲੇ ਹੋਵੇ ਤੇ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਅਹੁਦਾ ਦਿੱਤਾ ਗਿਆ, ਜਿਹੜਾ ਉਹਨਾਂ ਨੂੰ ਮੰਤਰਾਲਾ ਦਿੱਤਾ ਗਿਆ, ਉਹ ਮਿੱਟੀ ਤੇ ਪਾਣੀ ਦੀ ਸਾਂਭ ਸੰਭਾਲ ਦਾ ਦਿੱਤਾ ਗਿਆ। ਕੀ ਲੱਗਦਾ ਹੈ ਕਿ ਫਾਈਲਾਂ ਭਰਨੀਆਂ ਸੌਖੀਆਂ ਹੋ ਜਾਣਗੀਆਂ? ਮੈਂ ਤੁਹਾਡੇ ਕੋਲ ਉੱਥੇ ਹੀ ਆ ਰਿਹਾ ਸੀ ਕਿ ਜਦੋਂ ਪੰਜਾਬ ਦੀ ਸਰਕਾਰ ਦੇ ਵਿੱਚ ਇਹ ਮੰਤਰੀ ਸੀ ਤੇ ਫਿਰ ਹੁਣ ਪਾਰਟੀ ਦੇ ਐਮਐਲਏ ਸੀ, ਇਹਨਾਂ ਨੂੰ ਕਿਸੇ ਦੇ ਮਹਿਕਮੇ ਦਾ ਕੋਈ ਡਰ ਨਹੀਂ, ਇਹਨਾਂ ਨੂੰ ਸਿਰਫ ਤੇ ਸਿਰਫ ਆਪਣੇ ਮੁਨਾਫੇ ਦੇ ਨਾਲ ਆ, ਇਹਨਾਂ ਨੂੰ ਪੰਜਾਬ ਦੀ ਜਨਤਾ ਦੇ ਨਾਲ, ਉੱਥੋਂ ਦੇ ਲਾਗੇ ਰਹਿਣ ਵਾਲੇ ਵਸਨੀਕਾਂ ਦੇ ਨਾਲ, ਪਿੰਡ ਵਾਸੀਆਂ ਨਾਲ ਕੋਈ ਪਿਆਰ ਨਹੀਂ। ਇਹਨਾਂ ਨੂੰ ਸਿਰਫ ਤੇ ਸਿਰਫ ਪੈਸਾ ਕਿਸ ਤਰ੍ਹਾਂ ਕਮਾਉਣਾ ਵਾ, ਇਹ ਸਿਆਸਤ 'ਚ ਕੁਝ ਲੋਕ ਇਸ ਤਰ੍ਹਾਂ ਵਾਸਤੇ ਆਉਂਦੇ ਨੇ। ਦੂਜੀ ਗੱਲ, ਬੁੱਟਰ ਸਿੰਘਾਂ ਦੀ ਗੱਲ ਕੀਤੀ ਆ ਕਿ ਉੱਥੇ ਵੀ ਪਾਣੀ ਜਿਹੜਾ ਵਾ ਉਹ ਗੰਦਲਾ ਹੋ ਗਿਆ, ਲੋਕ ਕੈਂਸਰ ਦੇ ਮਰੀਜ਼ ਬਣ ਰਹੇ ਨੇ। ਗੁਰਦੁਆਰਾ ਸਾਹਿਬ ਦੇ ਵਿੱਚੋਂ ਤੁਸੀਂ ਗੱਲ ਕੀਤੀ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਚੋਰੀ ਹੋ ਗਈ ਤੇ ਚੱਕੇ ਗਏ ਨੇ। ਚੋਰੀ ਅਸੀਂ ਕਹਿ ਨਹੀਂ ਸਕਦੇ, ਚੱਕ ਕੇ ਕਿੱਥੇ ਰੱਖੇ ਨੇ ਉਹ ਇਨਫੋਰਮੇਸ਼ਨ ਨਹੀਂ। ਉਹੀ ਗੱਲ ਕਰਨ ਲੱਗਾ ਜੀ, ਇਹਨੂੰ ਚੋਰੀ ਕਹਾਂਗੇ ਕਿ ਚੁੱਕ ਕੇ ਜਦੋਂ ਕੋਈ ਲੈ ਗਿਆ ਤੇ ਉਹ ਲੱਭੇ ਨਹੀਂ ਤੇ ਇਹਨੂੰ ਚੋਰੀ ਦਾ ਹੀ ਨਾਂ ਦਿੱਤਾ ਜਾ ਸਕਦਾ। ਇਹ ਤੇ ਗੱਲ ਛੱਡੋ, ਸ਼੍ਰੋਮਣੀ ਕਮੇਟੀ ਦੀ ਤੁਸੀਂ ਗੱਲ ਕੀਤੀ ਆ ਕਿ ਉਹਨਾਂ ਨੇ ਵੀ ਪਤਾ ਨਹੀਂ ਕੀਤਾ। 328 ਸਰੂਪ ਇਹਨਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲੋਂ ਚਲੇ ਗਏ। ਅੱਜ ਤੱਕ ਸਾਰੇ ਹੀ ਸਿੱਖ ਕੌਮ ਜਿਹੜੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਸਥਾ ਰੱਖਣ ਵਾਲਿਆਂ ਨੇ ਰੌਲਾ ਪਾਇਆ, ਕਈ ਕੁਛ ਹੋਇਆ, ਮੁਜ਼ਾਹਰੇ ਹੋਏ, ਉੱਥੇ ਰੋਜ਼ ਦਿਹਾੜੀ ਉਹਨਾਂ ਦੇ ਜਾ ਕੇ ਧਰਨੇ ਲਾਏ ਤੇ ਅੱਜ ਤੱਕ ਉਹਨਾਂ ਦਾ ਵੀ ਕੋਈ ਹਿਸਾਬ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦੇ ਸਕੀ, ਜਿਹੜਾ ਦਾ ਸਿੱਧਾ ਕੰਟਰੋਲ ਸੀ ਇੱਥੇ। ਇਸ ਕਰਕੇ ਮੈਂ ਸਮਝਦਾ ਵਾਂ ਕਿ ਜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਚੰਗੇ ਅਕਸ ਵਾਲੇ ਬੰਦੇ ਰਹਿਣਗੇ ਤੇ ਉਹ ਹੀ ਕਾਮਯਾਬ ਹੋ ਸਕਦੇ ਨੇ। ਇਸ ਕਰਕੇ ਮੈਂ ਸਮਝਦਾ ਕਿ ਜਿਹੜਾ ਨਵਜੋਤ ਸਿੰਘ ਸਿੱਧੂ ਨੇ ਅਸਤੀਫਾ ਦਿੱਤਾ, ਉਹਨਾਂ ਨੇ ਆਪਣੀ ਸੋਚ ਮੁਤਾਬਕ ਦਿੱਤਾ ਵਾ। ਬਾਕੀ ਦੇਖੋ, ਅੱਜ ਉਹਨਾਂ ਦੀ ਮੀਟਿੰਗ ਹੋਈ ਆ ਪੰਜਾਬ ਭਵਨ ਦੇ ਵਿੱਚ, ਕੈਬਨਿਟ ਦੀ ਮੀਟਿੰਗ ਹੋਈ ਆ, ਉਹਦੇ ਵਿੱਚ ਚੰਨੀ ਸਾਹਿਬ ਵੀ ਪਹੁੰਚੇ, ਉਹਨਾਂ ਨੇ ਆਪਸ ਵਿੱਚ ਵੀ ਮਿਲੇ ਆ। ਹੁਣ ਅਜੇ ਮੈਨੂੰ ਲੱਗਦਾ ਨਹੀਂ ਕਿ ਜਿਹੜੀ ਆ ਬੇੜੀ ਆ ਉਹ ਕਿਸੇ ਤਣ ਪੱਤਨ ਲੱਗੀ ਹੋਵੇ, ਕਿਉਂਕਿ ਮੀਟਿੰਗ ਤੋਂ ਬਾਅਦ ਸਾਰੇ ਉੱਥੋਂ ਨਿਕਲ ਕੇ ਚਲੇ ਗਏ, ਕਿਸੇ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ। ਤੇ ਮੈਂ ਸਮਝਦਾ ਵਾਂ ਕਿ ਹਜੇ ਗੱਲ ਫਸੀ ਪਈ ਆ। ਉਹਨਾਂ ਦੇ ਜਿਹੜੇ ਪੰਜਾਬ ਦੇ ਇੰਚਾਰਜ ਨੇ, ਸਾਬਕਾ ਮੁੱਖ ਮੰਤਰੀ ਉੱਤਰਾਖੰਡ ਹਰੀਸ਼ ਰਾਵਤ ਜੀ, ਉਹਨਾਂ ਦਾ ਵੀ ਹੁਣੇ ਬਿਆਨ ਆਇਆ ਕਿ 5-6 ਦਿਨ ਹਜੇ ਲੱਗਣਗੇ, ਸਾਡੀ ਕੋਈ ਨਾ ਕੋਈ ਜਿਹੜੀ ਗੱਲ ਫਸ ਗਈ ਆ ਉਹਨੂੰ ਕੱਢਣ ਦੀ ਕੋਸ਼ਿਸ਼ ਕਰਾਂਗੇ। ਕਹਿਣ ਦਾ ਭਾਵ ਕਿ ਇਹ ਅੱਜ 15 ਦਿਨ ਹੋ ਗਏ ਇਹਨਾਂ ਨੂੰ ਸਹੁੰ ਚੁੱਕ ਸਮਾਗਮ ਕੈਪਟਨ ਸਾਹਿਬ ਨੂੰ ਅਸਤੀਫਾ ਦਿੱਤਿਆਂ ਤੇ ਇਹਨਾਂ ਦੀ ਨਵੀਂ ਸਰਕਾਰ ਦੇ ਗਠਨ ਦੀਆਂ ਤਿਆਰੀਆਂ ਹੁੰਦੀਆਂ ਤੇ 15 ਦਿਨ ਤੇ ਲੰਘ ਗਏ ਜੀ, ਤੇ 3 ਮਹੀਨੇ ਸਾਰੇ ਇਹਨਾਂ ਨੇ ਕੰਮ ਕਰਦੇ ਨੇ। ਦੇਖੋ ਕੀ ਕਰਦੇ ਨੇ ਪੰਜਾਬ ਨੂੰ, ਤੇ ਮੈਂ ਨਹੀਂ ਸਮਝਦਾ ਕੋਈ ਇਨਸਾਫ ਦੀ ਤੱਕੋ ਹੈਗੀ ਆ। ਅੱਜ ਕਾਰਨ ਸੀਗਾ ਡੀਜੀਪੀ ਦੇ ਉੱਤੇ ਖਾਸ ਤੌਰ ਤੇ ਜਿਹੜਾ ਟਵੀਟ ਆਇਆ ਸੀਗਾ ਨਵਜੋਤ ਸਿੰਘ ਸਿੱਧੂ ਦਾ, ਕਿ ਜਿਹੜਾ ਮੈਨੂੰ ਲੱਗਦਾ ਸੀ ਵੀ ਅੱਜ ਮੇਨ ਉਹਨਾਂ ਦਾ ਇਹੀ ਰਿਹਾ ਹੋਊਗਾ ਕਿ ਉਹ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਮੁੱਦਾ ਵੀ ਹੱਲ ਨਹੀਂ ਹੋਇਆ। ਦੇਖੋ ਉਹਨਾਂ ਨੇ ਉਹ ਅੰਦਰ ਦੀਆਂ ਗੱਲਾਂ, ਉਹਨਾਂ ਨੇ ਮੀਟਿੰਗ ਕੀਤੀ ਆ, ਟਵੀਟ ਵੀ ਕੀਤਾ ਵਾ। ਉਹ ਜੋੜੇ 2-3 ਅਫਸਰਾਂ ਤੋਂ ਦੁਖੀ ਸੀ, ਜਾਂ ਉਹਨਾਂ ਨੇ ਕਿਸੇ ਤਰ੍ਹਾਂ ਦੇ ਐਲੀਗੇਸ਼ਨ ਸੀ, ਜਾਂ ਉਹਨਾਂ ਨੇ ਕਿਹਾ ਵੀ ਮੇਰੇ ਕਹਿਣੇ ਕਰਕੇ ਜਿਹੜੇ ਇਹ ਲੱਗੇ ਨਹੀਂ। ਇਹਨਾਂ ਬੰਦਿਆਂ ਦੇ ਉੱਤੇ ਇਲਜ਼ਾਮ ਜਿਹੜੇ ਨੇ ਉਹ ਬੜੇ ਸੰਗੀਨ ਨੇ। ਇਸੇ ਤਰ੍ਹਾਂ ਜਿਹੜੇ ਮੰਤਰੀ ਮੰਡਲ ਦੇ ਵਿੱਚ 1-2 ਮੰਤਰੀ ਆਏ ਨੇ, ਉਹਨਾਂ ਤੇ ਵੀ ਜਿਹੜੇ ਇਲਜ਼ਾਮ ਸੰਗੀਨ ਨੇ ਤੇ ਉਹਨਾਂ ਨੂੰ ਨਹੀਂ ਸੀ ਲੈਣਾ ਚਾਹੀਦਾ। ਇਹੋ ਹੀ ਅੱਜ ਉਹਨਾਂ ਨੇ ਆਪਣੀ ਆਪਸ ਵਿੱਚ ਗੱਲਬਾਤ ਕੀਤੀ ਆ। ਤੇ ਮੈਂ ਸਮਝਦਾ ਵਾਂ ਕਿ ਨਾ ਤੇ ਸਾਨੂੰ ਬਾਦਲ ਸਮੇਂ ਦੇ ਵਿੱਚ ਜਿਹੜੀਆਂ ਬੇਅਦਬੀਆਂ ਹੋਈਆਂ ਵਾ ਉਦੋਂ ਸਾਨੂੰ ਇਨਸਾਫ ਮਿਲਿਆ ਵਾ, ਤੇ ਨਾ ਮੈਨੂੰ ਲੱਗਦਾ ਵਾ ਕਿ ਇਹਨਾਂ ਨੇ ਕੋਈ ਇਨਸਾਫ ਦੇਣਾ ਵਾ। ਮੇਰਾ ਆਪਣਾ ਮੰਨਣਾ ਵਾ ਕਿ ਹੋ ਸਕਦਾ ਵਾ ਪੰਜਾਬ ਦਾ ਕੋਈ ਵੀ ਮੁੱਖ ਮੰਤਰੀ ਇਹਨਾਂ ਬੇਅਦਬੀਆਂ ਦਾ, ਅਕਾਲੀ ਦਲ ਦਾ ਕਰਕੇ ਹੀ ਤਾਂ ਵੀ ਲੋਕਾਂ ਨੇ ਸਰਕਾਰ ਲਿਆਂਦੀ, ਕਾਂਗਰਸ ਪਲਟਾ ਮਰਵਾਇਆ ਇੱਕਦਮ ਵੀ ਸ਼ਾਇਦ ਕਾਂਗਰਸ ਸਾਨੂੰ ਕਿਤੇ ਇਨਸਾਫ ਦੇ ਦੂਗੀ। ਚਰਨਜੀਤ ਸਿੰਘ ਚੰਨੀ ਜਦੋਂ ਇੱਥੇ 4.5 ਸਾਲ ਬੀਤਣ ਤੋਂ ਬਾਅਦ ਜੋ ਚਰਨਜੀਤ ਸਿੰਘ ਚੰਨੀ ਨੂੰ ਲਾਇਆ ਜਾਂਦਾ ਹੈ ਤਾਂ ਉਹ ਦਰਬਾਰ ਸਾਹਿਬ ਆ ਕੇ ਕਹਿੰਦੇ ਨੇ ਕਿ ਬੇਅਦਬੀਆਂ ਦੇ ਮਸਲੇ ਨੂੰ ਜ਼ਰੂਰ ਹੱਲ ਕਰਨਗੇ, ਪਰੰਤੂ ਜਦੋਂ ਕਿਤੇ ਏਜੀ ਲਗਾ ਲਏ ਜਾਂਦੇ ਨੇ ਸੁਮੇਧ ਸਿੰਘ ਸੈਣੀ ਨੂੰ ਬਚਾਉਣ ਵਾਲੇ, ਕਿਤੇ ਡੀਜੀਪੀ ਲਗਾ ਦਿੱਤੇ ਜਾਂਦੇ ਨੇ ਜਿਹੜੇ ਬੇਅਦਬੀਆਂ ਮਾਮਲੇ ਦੇ ਵਿੱਚ ਹਰ ਤਰ੍ਹਾਂ ਦੀ ਸ਼ਮੂਲੀਅਤ ਜਿਨ੍ਹਾਂ ਦੀ ਰਹੀ ਹੈ ਔਰ ਕਿਹੜੇ ਕੇਸ ਫਾਈਲ ਕੀਤੇ ਨੇ ਉਹ ਵੀ ਸਾਰਿਆਂ ਨੂੰ ਜਾਣਕਾਰੀ ਆ। ਕੀ ਲੱਗਦਾ ਆ ਕਿ ਕਾਂਗਰਸ ਜਿਹੜੀ ਆਈ ਸੀਗੀ ਇਸੇ ਹੀ ਮਾਮਲੇ ਤੇ, ਬੇਅਦਬੀਆਂ ਦੇ ਮਾਮਲੇ ਤੇ, ਇਹ
ਤਕਨੀਕ ਕਾਮਯਾਬ ਹੋ ਰਹੀ ਹੈ ਔਰ ਜਿਹੜੀ ਅੱਜ ਤੱਕ ਸਿਰਫ 90 ਦਿਨ ਜੇ ਅਸੀਂ ਕਹਿ ਲਈਏ ਤਾਂ ਘਟਾ ਕੇ ਕਾਫੀ ਘੱਟ ਦਿਨ ਰਹਿ ਗਏ ਨੇ, ਤਾਂ ਇੰਨੇ ਦਿਨਾਂ ਦੇ ਵਿੱਚ ਪੋਸੀਬਲ ਨਹੀਂ ਲੱਗਦਾ। ਉਧਰ ਸੁਨੀਲ ਜਾਖੜ ਹੋਣਾ ਦਾ ਵੀ ਇੱਕ ਟਵੀਟ ਆ ਜਾਂਦਾ ਆ ਕਿ ਇਹ ਜਿਹੜੀ ਸਰਕਾਰ ਨੇ ਜੋ ਫੈਸਲਾ ਸੀਐਮ ਸਾਹਿਬ ਨੇ ਲਿਆ ਹੈ, ਇਹਦੇ ਉੱਤੇ ਉਂਗਲ ਨਹੀਂ ਉਠਾਉਣੀ ਚਾਹੀਦੀ, ਸਵਾਲ ਨਹੀਂ ਚੁੱਕਣੇ ਚਾਹੀਦੇ। ਲਵਿੰਦਰ ਜੀ, ਮੈਂ ਤੁਹਾਡੇ ਨਾਲ ਉਸ ਵੀ ਗੱਲ ਕਰ ਰਿਹਾ ਸੀ, ਤੁਸੀਂ ਗੱਲ ਕਰਦਿਆਂ ਗੱਲ ਕਰਤੀ। ਮੈਂ ਇਹ ਕਹਿ ਰਿਹਾ ਕਿ ਬਾਦਲ ਦੇ ਪਰਿਵਾਰ ਦਾ ਜਦੋਂ ਰਾਜ ਭਾਗ ਸੀ 12 ਤੋਂ 17 ਤੱਕ, ਜਦੋਂ 15 ਚ ਬੇਅਦਬੀ ਹੋ ਗਈ, ਉਦੋਂ ਵੀ ਸਾਡੇ ਕੋਲ ਅਜੇ 18 ਮਹੀਨੇ ਪਏ ਸੀ। ਅਸੀਂ ਜੇ ਚਾਹੁੰਦੇ, ਸਾਡੀ ਨੀਅਤ ਸਾਫ਼ ਹੁੰਦੀ, ਤੇ ਅਸੀਂ ਬੇਅਦਬੀ ਵਾਲੇ ਦੋਸ਼ੀਆਂ ਨੂੰ ਫੜ ਸਕਦੇ ਸੀ, ਉਹਨਾਂ ਦੇ ਖਿਲਾਫ ਕਾਰਵਾਈ ਕਰ ਸਕਦੇ ਸੀ। ਅਦਾਲਤ ਉਹਨਾਂ ਨੂੰ ਬਰੀ ਕਰ ਦਿੰਦੀ, ਨਾ ਕਰ ਦਿੰਦੀ, ਉਹ ਸੈਕੰਡ ਇਸ਼ੂ ਹੁੰਦਾ ਵਾ ਕਿ ਜੁਡੀਸ਼ਰੀ ਨੇ ਕੀ ਕਰਨਾ। ਉਹਦੇ ਵਿੱਚ ਬਾਦਲ ਸਰਕਾਰ ਜਾਂ ਬਾਦਲ ਪਰਿਵਾਰ ਜਾਂ ਉਸ ਸਮੇਂ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਿਹੜੇ ਨੇ ਡਿਪਟੀ ਮੁੱਖ ਮੰਤਰੀ ਸੀ, ਗ੍ਰਹਿ ਵਿਭਾਗ ਸੀ, ਉਹ ਕਾਮਯਾਬ ਨਹੀਂ ਹੋ ਸਕੇ। ਇਹਨਾਂ ਦੇ ਕੋਲੋਂ ਇਨਸਾਫ ਨਹੀਂ ਮਿਲਿਆ ਤੇ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਹੱਥ 'ਤੇ ਫੜ ਕੇ ਸਹੁੰ ਖਾ ਲਈ ਕਿ ਮੈਂ ਜਦੋਂ ਮੇਰਾ ਰਾਜ ਭਾਗ ਆ ਜਾਊਗਾ ਤਾਂ ਮੈਂ ਬੇਅਦਬੀ ਵਾਲੇ ਬੰਦੇ ਫੜ ਕੇ ਅੰਦਰ ਦਊਂਗਾ, ਨਸ਼ਾ ਬੰਦ ਕਰੂੰਗਾ, ਬੜੇ ਵੱਡੇ ਵਾਅਦੇ ਕੀਤੇ। ਤੇ ਮੈਂ ਸਮਝਦਾ ਵਾਂ ਕਿ 4.5 ਸਾਲ ਹੋ ਗਏ, ਉਹ ਵੀ ਇਨਸਾਫ ਨਹੀਂ ਮਿਲਿਆ। ਤੇ ਲੋਕਾਂ ਨੂੰ ਅੱਜ ਵੀ ਆਉਣ ਵਾਲੇ ਸਮੇਂ 'ਚ, ਭਾਵੇਂ ਚੰਨੀ ਸਾਹਿਬ ਨੇ ਬਹੁਤ ਵਧੀਆ ਹਰਮੰਦਰ ਸਾਹਿਬ 'ਚ ਆਣ ਕੇ ਪ੍ਰੈਸ ਕਾਨਫਰੰਸ ਬਾਅਦ 'ਚ ਕੀਤੀ ਆ ਕਿ ਮੈਂ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦਊਂਗਾ ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਪਰ ਮੈਂ ਅੱਜ ਸਮਝਦਾ ਵਾਂ ਕਿ ਸ਼ਾਇਦ 3 ਮਹੀਨਿਆਂ ਦੇ ਵਿੱਚ ਇਹ ਕੁਛ ਨਾ ਹੋ ਸਕੇ। ਪਰ ਮੇਰਾ ਆਪਣਾ ਯਕੀਨ ਆ, ਮੈਂ ਗੁਰੂ ਨੂੰ ਮੰਨਣ ਵਾਲਾ ਵਾਂ ਕਿ ਭਾਵੇਂ ਕੋਈ ਮੁੱਖ ਮੰਤਰੀ ਬੇਅਦਬੀ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਹੋ ਸਕਦਾ ਨਾ ਦੇਵੇ, ਮੈਂ ਇਹ ਵੀ ਮੰਨਦਾ ਕਿ ਹੋ ਸਕਦਾ ਕੋਈ ਹਾਈ ਕੋਰਟ, ਕੋਈ ਸੈਸ਼ਨ ਕੋਰਟ, ਕੋਈ ਸੁਪਰੀਮ ਕੋਰਟ ਵੀ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਨਾ ਦੇਵੇ, ਪਰ ਸਤਿਗੁਰ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਉਹ ਆਪ ਇਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣਗੇ। ਇਹ ਮੇਰਾ ਆਪਣਾ ਵਿਸ਼ਵਾਸ ਆ। ਜਿਨ੍ਹਾਂ ਲੋਕਾਂ ਨੇ ਵੀ ਪਿਛਲੇ ਸਮੇਂ 'ਚ ਗਲਤੀਆਂ ਕੀਤੀਆਂ, ਉਹ ਤਾਂ ਬਿਲਕੁਲ ਉਹ ਤਾਂ ਅਸੀਂ ਮੰਨਦੇ ਆ ਕਿ ਉਹ ਦੇਣਗੇ, ਪਰੰਤੂ ਇੱਥੇ ਵੀ ਤਾਂ ਇਨਸਾਫ ਜਿਹੜਾ ਉਹ ਹੋਣਾ ਚਾਹੀਦਾ ਹੈ ਇਸ ਦੁਨੀਆ ਦੇ ਉੱਪਰ। ਦੇਣ ਵਾਲੇ ਕਿੰਨੇ ਸਵਿਰਦੇ ਆ ਉਹਨਾਂ ਤੇ ਡਿਪੈਂਡ ਕਰਦਾ। ਪਹਿਲਾਂ ਤੇ 4.5 ਸਾਲ ਤੇ ਚਾਚੇ ਤੇ ਭਤੀਜੇ ਦੀ ਸਰਕਾਰ ਚੱਲੀ ਆ। ਮੈਂ ਕਹਿ ਸਕਦਾ ਕਿ ਸੁਖਬੀਰ ਜੀ ਔਰ ਕੈਪਟਨ ਸਾਹਿਬ ਦੀ ਜਿਹੜੀ ਉਹਨਾਂ ਦੀ ਆਪਸ ਵਿੱਚ ਸਾਂਝ ਆ ਉਹ ਜੱਗ ਜਾ ਰਿਹਾ। ਉਹ ਕੋਈ ਕਹਿਣ ਦੀ ਲੋੜ ਨਹੀਂ, ਸਭ ਨੂੰ ਪਤਾ ਵਾ, ਕੋਈ ਕਿਸੇ ਨੂੰ ਕੋਈ ਗੱਲ ਲੁਕੀ ਛੁਪੀ ਨਹੀਂ ਕਿ ਇਹਨਾਂ ਦੀ ਆਪਸ ਵਿੱਚ ਅੰਡਰਸਟੈਂਡਿੰਗ ਸੀ ਵੀ ਤੂੰ ਮੈਨੂੰ ਨਾ ਛੇੜ, ਮੈਂ ਤੈਨੂੰ ਨਾ ਛੇੜਾਂ, ਤੂੰ ਵੀ ਲੁੱਟ ਤੇ ਮੈਂ ਵੀ ਲੁੱਟਾਂ, ਵਾਰੀਆਂ ਵਧੀਆਂ ਸੀ। ਪਰ ਮੈਂ ਸਮਝਦਾ ਵਾਂ ਜੇ ਅਸੀਂ ਇਨਸਾਫ ਲੈਣਾ ਵਾ ਤੇ ਪੰਜਾਬ ਦੇ ਵਿੱਚ ਇਹਨਾਂ ਦੋਨਾਂ ਪਾਰਟੀਆਂ ਨੂੰ ਲਾਂਭੇ ਕਰਨਾ ਪਊਗਾ। ਔਰ ਤੀਜੀ ਪਾਰਟੀ ਜਿਨ੍ਹਾਂ ਨੇ ਬਹੁਤ ਵੱਡਾ ਕਿਸਾਨੀ ਦਾ ਨੁਕਸਾਨ ਕੀਤਾ, ਭਾਰਤੀ ਜਨਤਾ ਪਾਰਟੀ, 3 ਕਾਲੇ ਕਾਨੂੰਨ ਬਣਾ ਕੇ, ਮੈਂ ਸਮਝਦਾ ਕਿ ਜਿੰਨੇ ਭਾਰਤੀ ਜਨਤਾ ਪਾਰਟੀ ਵਾਲੇ ਦੋਸ਼ੀ ਨੇ, ਬਾਦਲ ਪਰਿਵਾਰ, ਬੀਬੀ ਹਰਸਿਮਰਤ ਕੌਰ, ਉਹਨਾਂ ਨੂੰ ਵੱਧ ਦੋਸ਼ੀ ਆ, ਕਿਉਂਕਿ ਉਹ ਤੇ ਸਾਡੇ ਆਪਣੇ ਨਹੀਂ ਸੀ। ਉਹਨਾਂ ਦਾ ਤੇ ਸਾਡੇ ਨਾਲ ਕੋਈ ਪੰਜਾਬ ਨਾਲ ਜਾਂ ਸਿੱਖਾਂ ਦੇ ਨਾਲ ਜਾਂ ਕਿਸਾਨੀ ਨਾਲ ਕੋਈ ਤੇ ਹੀ ਨਹੀਂ। ਪਰ ਇਹ ਤੇ ਬੀਬੀ ਪੰਜਾਬ 'ਚ ਰਹਿਣ ਵਾਲੀ ਸੀ, ਪਾਣੀ ਪੰਜਾਬ ਦਾ ਪੀਤਾ ਸੀ, ਪੰਜਾਬ ਦੇ ਵਿੱਚ ਕਿਸਾਨੀ ਦਾ ਨੂੰ ਪਤਾ ਸੀ, ਦੁੱਖ ਦਰਦ ਪਤਾ ਸੀ। ਇਹਨੇ ਵੀ ਉਦੋਂ ਹਾਂ ਦਾ ਨਾਅਰਾ ਮਾਰਿਆ ਨਹੀਂ। ਇਸ ਕਰਕੇ ਮੈਂ ਸਮਝਦਾ ਜੇ ਅਸੀਂ ਚਾਹੁੰਦੇ ਹਾਂ ਕਿ ਇਹ ਮਸਲੇ ਸਾਰੇ ਹੱਲ ਕਰਨੇ, ਬੇਅਦਬੀ ਵਾਲੇ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ, ਕਿਸਾਨੀ ਮਸਲੇ ਹੱਲ ਕਰਨੇ, ਨਸ਼ੇ ਦੇ ਸੁਦਾਗਰਾਂ ਨੂੰ ਫੜ ਕੇ ਅੰਦਰ ਦੇਣਾ, ਤੇ ਫਿਰ ਇਹਨਾਂ ਰਵਾਇਤੀ ਪਾਰਟੀਆਂ ਨੂੰ ਲਾਂਭੇ ਕਰਕੇ ਇੱਕ ਪੰਜਾਬ ਦੇ ਵਿੱਚ ਚੰਗੀ ਸਥਿਰ ਸਰਕਾਰ ਬਣਾਉਣ ਲਈ, ਪੰਜਾਬ ਦੀ ਡਿਵੈਲਪਮੈਂਟ ਵਾਸਤੇ, ਪੰਜਾਬ ਦੀ ਤਰੱਕੀ ਵਾਸਤੇ, ਤੇ ਸਾਨੂੰ ਫਿਰ ਇੱਕ ਫਰੰਟ ਜਿਹੜਾ ਵਾ ਨਵਾਂ ਬਣਾਉਣਾ ਪਊਗਾ। ਉਹਦੇ ਵਾਸਤੇ ਅਸੀਂ ਯਤਨ ਕਰਦੇ ਰਹਾਂਗੇ। ਤੇ ਜੇ ਉਹ ਯਤਨ ਸਾਡੇ ਕਾਮਯਾਬ ਹੋ ਜਾਂਦੇ ਨੇ, ਕੋਈ ਸਾਡਾ ਇੱਕ ਫਰੰਟ ਬਣ ਜਾਂਦਾ ਵਾ, ਗਠਬੰਧਨ ਬਣ ਜਾਂਦਾ ਵਾ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ, ਤਾਂ ਮੈਂ ਸਮਝਦਾ ਵਾਂ ਪੰਜਾਬ ਆਉਣ ਵਾਲੇ ਸਮੇਂ ਦੇ ਵਿੱਚ ਤਰੱਕੀ ਕਰੂਗਾ, ਪੰਜਾਬ ਦਾ ਮਾਹੌਲ ਵਧੀਆ ਹੋਊਗਾ ਔਰ ਦੋਸ਼ੀਆਂ ਨੂੰ ਸਜ਼ਾਵਾਂ ਮਿਲਣਗੀਆਂ। ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨਾਲ ਮੀਟਿੰਗ ਕਰਦੇ ਨੇ, ਤੁਸੀਂ ਹੁਣੇ ਜਿਵੇਂ ਬੀਜੇਪੀ ਦੀ ਗੱਲ ਕੀਤੀ ਹੈ, ਤਾਂ ਅਮਿਤ ਸ਼ਾਹ ਨਾਲ ਮੀਟਿੰਗ ਕਰਕੇ ਉਹ ਟਵੀਟ ਕਰਦੇ ਨੇ ਕਿ ਕਿਸਾਨਾਂ ਦੇ ਮੁੱਦੇ ਤੇ ਗੱਲ ਕਰਨ ਗਏ ਸੀਗੇ ਕਿ ਤੁਸੀਂ ਉਹ ਕਾਲੇ ਕਾਨੂੰਨ ਰੱਦ ਕਰ ਦਿਓ। ਜਦੋਂ ਕੈਪਟਨ ਅਮਰਿੰਦਰ ਸਿੰਘ ਕੁਰਸੀ ਤੇ ਸੀਗੇ ਉਦੋਂ ਗੱਲ ਨਹੀਂ ਮੰਨੀ, ਕਿ ਹੁਣ ਭਾਜਪਾ ਸਰਕਾਰ ਉਹਨਾਂ ਦੀ ਗੱਲ ਮੰਨੇਗੀ ਜਾਂ ਉਹ ਬੀਜੇਪੀ ਵਿੱਚ ਤਾਂ ਜਾਣਗੇ ਕਿ ਪਹਿਲਾਂ ਭਾਜਪਾ ਸਰਕਾਰ ਕਾਨੂੰਨ ਰੱਦ ਕਰਨ ਤੇ ਉਹ ਇੱਕ ਤੀਰ ਨਾਲ 2 ਨਿਸ਼ਾਨੇ ਲਾਉਣਗੇ? ਦੇਖੋ ਜੀ, ਕੈਪਟਨ ਸਾਹਿਬ 4.5 ਸਾਲ ਤੇ ਆਪਣੇ ਮੱਲਾਂ ਚੋਂ ਬਾਹਰ ਨਹੀਂ ਨਿਕਲਿਆ, ਸਾਰੀ ਦੁਨੀਆ ਨੂੰ ਪਤਾ। ਅੱਜ ਜਿੱਦਾਂ ਦਾ ਉਹਨੂੰ ਕੁਰਸੀ, ਕਰੋਨਾ ਸੀਗਾ ਪਹਿਲਾਂ ਤਾਂ, ਕਦੀ ਕਰੋਨਾ ਸੀ, ਕਦੀ ਰਿਸ਼ਤੇਦਾਰ ਆ ਕੇ ਮਿਲਣ ਗਿਲਣ ਵਾਲੇ, ਕਈ ਗੱਲਾਂ ਹੋ ਜਾਂਦੀਆਂ ਜੀ, ਚਲੋ ਉਹ ਤੇ ਹੁਣ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ।
4.5 ਸਾਲ ਤੇ ਨਿਕਲਿਆ ਨਹੀਂ, ਟੀਵੀ ਦੇ ਸਾਹਮਣੇ ਨਹੀਂ ਆਉਂਦਾ, ਦੂਰੋਂ ਹੀ ਬਟਨ ਨੱਪ ਕੇ ਜਿਹੜੀ ਆ ਉਹ ਵਰਚੁਅਲ ਜਿਹੜੀਆਂ ਮੀਟਿੰਗਾਂ ਹੋ ਜਾਂਦੀਆਂ ਸੀ, ਕੰਪਿਊਟਰ ਤੇ ਸਾਰੇ ਉਦਘਾਟਨ ਹੋ ਜਾਂਦੇ ਸੀ। ਅੱਜ ਜਿੱਦਾਂ ਦਾ ਸਰਕਾਰ ਤੋਂ ਲਾਤਾ, ਉਦੋਂ ਦਾ ਮੀਡੀਆ ਦੇ ਸਾਹਮਣੇ ਵੀ ਬਹੁਤ ਆ ਰਿਹਾ ਵਾ, ਉਦੋਂ ਦਾ ਦਿੱਲੀ ਦੱਖਣ ਵੀ ਘੁੰਮ ਰਿਹਾ ਵਾ, ਉਦੋਂ ਦਾ ਦਿੱਲੀ ਵੀ ਪਹੁੰਚ ਗਿਆ। ਤੇ ਜਦੋਂ 4.5 ਸਾਲ ਹੋ ਗਏ ਨੇ, ਜਦੋਂ ਦੇ ਕਾਨੂੰਨ ਬਣੇ ਨੇ, ਉਦੋਂ ਤੇ ਇੱਕ ਵਾਰੀ ਵੀ ਜਾ ਕੇ ਦਿੱਲੀ ਜੀ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਮੋਦੀ ਨੂੰ ਜਾ ਕੇ ਇੱਕ ਵਾਰੀ ਵੀ ਨਹੀਂ ਕਿਹਾ ਵੀ ਇਹ ਮੀਟਿੰਗ ਹੋਈ ਸੀਗੀ ਪਹਿਲਾਂ। ਵੇਖੋ ਮੀਟਿੰਗ ਹੋਣੀ ਹੋਰ ਗੱਲ ਆ, ਜਿਹੜੀ ਭਾਰਤੀ ਜਨਤਾ ਪਾਰਟੀ ਆ, ਉਹ ਪੰਜਾਬ 'ਚੋਂ ਆਪਣਾ ਆਧਾਰ ਜਿਹੜਾ ਵਾ ਉਹ ਗਵਾ ਚੁੱਕੀ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਆਪਾਂ ਪਿੰਡਾਂ 'ਚ ਰਹਿੰਦੇ ਆ, ਸ਼ਹਿਰਾਂ 'ਚ ਰਹਿੰਦੇ, ਸਾਨੂੰ ਪਤਾ ਵਾ। ਉਹਨਾਂ ਦੇ ਕੋਲ ਇੱਕੋ ਹੀ ਇੱਕ ਹੁਣ ਤ੍ਰਿਪ ਦਾ ਪੱਤਾ ਵਾ, ਕੈਪਟਨ। ਉਹ ਕੀ ਸਮਝਦੇ ਆ ਕਿ ਅਸੀਂ ਜਿਹੜੇ ਕਾਲੇ ਕਾਨੂੰਨ ਨੇ ਉਹ ਅਸੀਂ ਰੱਦ ਕੈਪਟਨ ਸਾਹਿਬ ਦੇ ਕਹਿਣ 'ਤੇ ਕਰੀਏ, ਤੇ ਪੰਜਾਬ ਦੇ ਵਿੱਚ ਕੈਪਟਨ ਨੂੰ ਅੱਗੇ ਲਾ ਕੇ ਭਾਵੇਂ ਕੋਈ ਉਹ ਪਾਰਟੀ ਨਵੀਂ ਉਹਦੇ ਕੋਲ ਬਣਾ ਲੈਣ ਤੇ ਭਾਰਤੀ ਜਨਤਾ ਪਾਰਟੀ ਉਹਦੇ ਕੋਲੋਂ ਸਮਰਥਨ ਲਵੇ, ਤੇ ਭਾਵੇਂ ਉਹ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ। ਇਹ ਆਉਣ ਵਾਲਾ ਸਮਾਂ ਦੱਸ ਸਕਦਾ, ਕੈਪਟਨ ਸਾਹਿਬ ਦੱਸ ਸਕਦੇ ਉਹਨੇ ਕੀ ਕਰਨਾ। ਪਰ ਮੈਂ ਸਮਝਦਾ ਵਾਂ ਕਿ ਇਹ ਜਿਹੜੇ ਕੰਮ ਇਹਨਾਂ ਨੂੰ ਪਹਿਲਾਂ ਕਰਨੇ ਚਾਹੀਦੇ ਸੀ, ਇਹ ਜਦੋਂ ਆਪਣੀ ਕੁਰਸੀ ਤੋਂ ਲੱਥ ਜਾਂਦੇ ਆ ਉਦੋਂ ਭੱਜ ਕੇ ਕੰਮ ਕਰਨ ਦੀ ਕੋਸ਼ਿਸ਼ ਕਰਦੇ, ਜਦੋਂ ਕਿ ਸਾਡੇ ਉਦੋਂ ਹੱਥ ਪੱਲੇ ਕੁਝ ਨਹੀਂ ਰਹਿੰਦਾ। ਮੈਂ ਸਮਝਦਾ ਵਾਂ ਕਿ ਕੈਪਟਨ ਸਾਹਿਬ ਨੇ ਵੀ 4.5 ਸਾਲ ਪੰਜਾਬ ਦੇ ਬਹੁਤ ਵੱਡਾ ਨੁਕਸਾਨ ਕੀਤਾ ਵਾ। ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲੱਗਾ, ਪੰਜਾਬ ਤੇ ਅੱਗੇ ਹੀ 3 ਲੱਖ ਕਰੋੜ ਦੇ ਲਾਗੇ ਬੰਨੇ ਕਰਜ਼ਾਈ ਹੋਇਆ ਪਿਆ ਵਾ। ਤੇ ਕੋਈ ਬੰਦਾ ਇਸ ਬੰਨੇ ਤੇ ਧਿਆਨ ਹੀ ਨਹੀਂ ਕਰਦਾ ਕਿ ਖਜ਼ਾਨੇ ਦੇ ਵਿੱਚ ਪੈਸਾ ਕਿੱਥੋਂ ਆਉਣਾ ਵਾ। ਜੇ ਪਰਿਵਾਰ ਦੇ ਮੁਖੀ ਦੇ ਕੋਈ ਕਮਾਈ ਕਰਕੇ ਲਿਆਊਗਾ ਤੇ ਉਹ ਰਸੋਈ ਦੇ ਨਾਲ ਆਪਣੇ ਪਰਿਵਾਰ ਦੇ ਬੱਚਿਆਂ ਨੂੰ ਵੀ ਕੁਝ ਨਾ ਕੁਝ ਚੀਜ਼ ਲਿਆ ਕੇ ਦੇਊਗਾ। ਖਜ਼ਾਨੇ ਦੇ ਵਿੱਚ ਤੇ ਕੁਝ ਖਾਲੀ ਨਹੀਂ। ਤੇ ਅਸੀਂ ਅੱਜ ਸਾਰੀਆਂ ਹੀ ਪਾਰਟੀਆਂ, ਮੈਂ ਕਹੂੰਗਾ ਕਿ ਅਸੀਂ ਜਿਹੜੇ ਸਾਡੇ ਗਰੀਬ ਵੋਟਰ ਨੇ ਉਹਨਾਂ ਦੀ ਅਸੀਂ ਬੋਲੀ ਲਾ ਰਹੇ ਹਾਂ, ਵੋਟਾਂ ਦੀ ਬੋਲੀ ਲਾ ਰਹੇ ਹਾਂ। ਕੋਈ ਕਹਿੰਦਾ ਮੈਂ 300 ਯੂਨਿਟ ਦਊਂ, ਕੋਈ ਕਹਿੰਦਾ ਮੈਂ 400 ਯੂਨਿਟ ਦਊਂ, ਕੋਈ ਕਹਿੰਦਾ ਮੈਂ ਦਵਾਈ ਮੁਫਤ ਦੇ ਦੂੰ, ਕੋਈ ਕਹਿੰਦਾ ਮੈਂ ਇਹਨੂੰ ਮੇਰੇ ਕਹਿੰਦਾ ਵੀ ਇਹ ਸਾਡੇ ਜਿਹੜੇ ਭੋਲੇ ਭਾਲੇ ਵੋਟਰ ਨੇ ਉਹਨਾਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਬਹੁਤ ਮਾੜੀ ਗੱਲ ਆ। ਸੋ ਹਾਲਾਤ ਜਿਹੜੇ ਨੇ ਸਿਆਸਤ ਦੇ ਉਹ ਸਭ ਦੇ ਸਾਹਮਣੇ ਨੇ। ਆਉਣ ਵਾਲੇ ਸਮੇਂ ਵਿੱਚ ਕੈਪਟਨ ਅਮਰਿੰਦਰ ਸਿੰਘ ਕੀ ਕਰਦੇ ਨੇ, ਪਾਰਟੀ ਨਵੀਂ ਬਣਾਉਂਦੇ ਨੇ ਜਾਂ ਭਾਜਪਾ ਵਿੱਚ ਸ਼ਾਮਿਲ ਹੁੰਦੇ ਨੇ, ਨਵਜੋਤ ਸਿੰਘ ਸਿੱਧੂ ਕੀ ਅਸਤੀਫਾ ਵਾਪਸ ਲੈਂਦੇ ਨੇ ਕਿਉਂਕਿ ਅਜੇ ਤੱਕ ਨਾ ਮਨਜ਼ੂਰ ਹੈ। ਸੋ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰੰਤੂ ਜੇ ਅਸੀਂ ਗੱਲ ਕਰਦੇ ਹਾਂ ਤਾਂ ਕਾਂਗਰਸ ਸਰਕਾਰ ਦੇ ਕੋਲ ਪੰਜਾਬ ਦੇ ਵਿੱਚ ਕੁਝ ਹੀ ਦਿਨ ਬਚੇ ਨੇ। ਜਿਹੜੇ ਮੁੱਦਿਆਂ ਦੇ ਉੱਪਰ ਸਰਕਾਰ ਬਣੀ ਸੀ, ਉਹਨਾਂ ਮੁੱਦਿਆਂ ਦੇ ਉੱਤੇ ਅਜੇ ਵੀ ਤਲਵਾਰ ਲਟਕ ਰਹੀ ਹੈ। ਅਜੇ ਵੀ ਉਹ ਮੁੱਦੇ ਜਿਹੜੇ ਨੇ ਉਹ ਹੱਲ ਨਹੀਂ ਹੋਏ ਨੇ। ਸੋ ਦੇਖਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਕਾਂਗਰਸ ਸਰਕਾਰ ਜਿਹੜੀ ਆ ਪੰਜਾਬ ਦੇ ਵਿੱਚ, ਜਿਹੜੀ ਹੁਣ ਸਰਦਾਰ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਦੇਖ ਰੇਖ ਵਿੱਚ ਆ, ਉਹ ਕਿੰਨੇ ਕੁ ਕੰਮ ਕਰਕੇ ਦਿਖਾਉਂਦੀ ਆ। ਕਿਉਂਕਿ ਲੋਕਾਂ ਨੂੰ ਜਿਹੜਾ ਮੁਫਤ ਖੋਰ ਬਣਾਉਣ ਦੇ ਨਾਲੋਂ ਉਹਨਾਂ ਨੂੰ ਰੁਜ਼ਗਾਰ ਦੇਣਾ ਬੈਟਰ ਹੈ। ਤੇ ਜਿਹੜੇ ਮੁੱਦੇ ਨੇ ਜਿਨ੍ਹਾਂ ਦੇ ਉੱਪਰ ਗੱਲ ਕਰਨੀ ਚਾਹੀਦੀ ਸੀ, ਜਿਨ੍ਹਾਂ ਨੂੰ ਹੱਲ ਕਰਨਾ ਚਾਹੀਦਾ ਸੀਗਾ, ਉਹ ਹੱਲ ਕਰਨੇ ਜ਼ਰੂਰੀ ਨੇ। ਤੁਸੀਂ ਦੇਖ ਰਹੇ ਹੋ KTV UK, ਕੈਮਰਾ ਪਰਸਨ ਗੁਰਦਿਆਲ ਦੇ ਨਾਲ ਪਰਵਿੰਦਰ ਕੌਰ।